वाहिगुरू जी का खालसा वाहिगुरू जी की फतेह। बड़ी खुशी हैगी है। चढ़दी कला टाइम टीवी वालियां ने प्रोग्राम लाइव शुरू किया है श्री गुरु सिंह साहब सिंह सभा तो। सो गुरु सिंह सभा की मैनेजमेंट चढ़दी कला की मैनेजमेंट सारिਆਂ ਨੂੰ बड़ी बड़ी बधाई। वाहिगुरू जी का खालसा वाहिगुरू फतेह। वाहिगुरु जी जो तेरे रंग राते स्वामी तिनका जन्म मरण दुख दासा तेरी बख्श न मेटे कोई सतगुर का दलासा नाम ध्यान सो फल पाए आठ पैर अराधे तेरी शरण तेरे परवास पंच दुष्ट लै साधे ज्ञान ध्यान किश कर्म न जाना सार न जाना ती सब ते वड्डा सतगुर नानक जिन कल राखी मेरी दर्शन प्यासी दिन रात चितवों अंदर नी खोल कपट गुर मेलिया नानक हर संग मीत बाणी गुरु गुरु है बाणी विच बाणी अमृत सारे गुरबाणी कहे सेवक जन मानै प्रतख गुरु निस्तारे मैं मन तन तेरी टेक मेरे प्यारे मैं मन तन तेरी टेक अवर सियाण पा बिरथियां प्यारे राखण को तुम एक सौ कहो डल सेवी अहनस सहज सुभाए दर्शन परसिया गुरु का जन्म मरण दुख जाए होवै सिवत खसम दी नूर अरसों कुरसों चटिया तोद डिठे सच्चे पातशाह मल जन्म जन्म दी कटिया सजन सचा पातशाह सिर शाम दशाह जिस पास बैठिया सोईया सबना दा विसाओ सतनाम वाहिगुरु जी बिलावल महला पंजवा सुख निधान प्रीतम प्रभ मेरे अगणत गुण ठाकुर प्रभ तेरे मोह अनाथ तुमरी शरणाई कर कृपार चरण त्याई सुख निदान प्रीतम प्रभ मेरे अगणत गुण ठाकुर प्रभ तेरे मोह अनाथ तुमरी शरणाई कर कृपा हर चरण
ਧਿਆਈ। ਦਇਆ ਕਰੋ ਬਸੋ ਮਨ ਆਏ। ਮੋਹ ਨਿਰਗੁਣ ਲੀਜੈ ਲੜ ਲਾਏ। ਰਹਾਉ ਪ੍ਰਭ ਚਿਤ ਆਵੈ ਕੈਸੀ ਭੀੜ। ਹਰ ਸੇਵਕ ਨਾਹੀ ਜਮ ਪੀੜ। ਸਰਬ ਦੁਖ ਹਰ ਸਿਮਰਤ ਨਸੈ। ਜਾ ਕੈ ਸੰਗ ਸਦਾ ਪ੍ਰਭ ਬਸੈ। ਪ੍ਰਭ ਕਾ ਨਾਮ ਮਨ ਤਨ ਆਧਾਰ। ਬਿਸਰਤ ਨਾਮ ਹੋਵਤ ਤਨ ਸਾਰ। ਪ੍ਰਭ ਚਿਤ ਆਏ ਪੂਰਨ ਸਭ ਕਾਜ। ਹਰ ਬਿਸਰਤ ਸਭ ਕਾ ਮੁਹਤਾਜ। ਚਰਨ ਕਮਲ ਸੰਗ ਲਾਗੀ ਪ੍ਰੀਤ। ਬਿਸਰ ਗਈ ਸਭ ਦੁਰਮਤ ਰੀਤ। ਮਨ ਤਨ ਅੰਤਰ ਹਰ ਹਰ ਮੰਤ। ਨਾਨਕ ਭਗਤਨ ਕਾ ਘਰ ਸਦਾ ਆਨੰਦ। ਚਰਨ ਕਮਲ ਸੰਗ ਲਾਗੀ ਪ੍ਰੀਤ। ਬਿਸਰ ਗਏ ਸਭ ਦੁਰਮਤ ਰੀਤ। ਮਨ ਤਨ ਅੰਤਰ ਹਰ ਹਰ ਮੰਤ। ਨਾਨਕ ਭਗਤਨ ਕਾ ਘਰ ਸਦਾ ਆਨੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਪਾਰ ਬਖਸ਼ੇ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਅਲਾਹੀ ਬਾਣੀ ਸ੍ਰੀ ਆਸਕੀ ਵਾਰ ਦੇ ਕੀਰਤਨ ਸਰਵਣ ਕਰਕੇ ਰਸ ਪ੍ਰਾਪਤ ਕੀਤਾ ਉਪਰੰਤ ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਸਤਿਗੁਰ ਰਹਿਮਤ ਬਖਸ਼ਿਸ਼ ਕੀਤੀ। ਅੱਜ ਅੰਮ੍ਰਿਤ ਵੇਲੇ ਦਰਬਾਰ ਵਿੱਚ ਸਿੰਘਾਸਨ ਤੇ ਬਿਰਾਜਮਾਨ ਉਸ ਸਮੇਂ ਜੋ ਅਲਾਹੀ ਫਰਮਾਨ ਮੁਖਵਾਕ ਪਵਿੱਤਰ ਹੁਕਮਨਾਮੇ ਬਖਸ਼ੇ ਸਰਵਣ ਕੀਤੇ ਗਏ। ਸੋ ਇਸ ਪਾਵਨ ਪਵਿੱਤਰ ਮੁਖਵਾਕ ਦੀ ਕਥਾ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਬਰੇਲੀ ਵਾਲੇ ਸਰਵਣ ਕਰਾਉਣਗੇ। ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸ਼ੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਨ। ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹਿ ਸੇਵਕ ਜਨ ਮਨ। ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੇ ਅਤੇ ਚੈਨਲ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਮੁਬਾਰਕ ਬਾਣੀ ਨਾਲ ਸਾਂਝ ਬਣਾ ਰਹੇ
ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਮੁਬਾਰਕ ਬਾਣੀ ਨੂੰ ਪੜ੍ਹ ਸੁਣ ਅਤੇ ਵਿਚਾਰ ਕੇ ਇਸ ਮਨੁੱਖਾ ਜੀਵਨ ਨੂੰ ਸਚਿਆਰਿਆਂ ਬਣਾਉਣ ਲਈ ਉਦਮ ਉਪਰਾਲੇ ਕਰ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਸਿੰਘਾਸਨ ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਮੁਬਾਰਕ ਮੁਖ ਵਾਕ ਦੇ ਪਾਠ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਸੰਗਤਾਂ ਨੇ ਬੜੇ ਪਿਆਰ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਅੱਜ ਦਾ ਇਹ ਮੁਬਾਰਕ ਮੁਖ ਵਾਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ। ਰਾਗ ਬਿਲਾਵਲ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਕ 801 ਤੇ ਸੁਭਾਇਮਾਨ ਹੈ। ਸ਼ਹੀਦਾਂ ਦੇ ਸਰਤਾਜ ਪੰਚਮ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਬਖਸ਼ਿਸ਼ ਰਹਿਮਤ ਨਦਰੇ ਕਰਮ ਪਾਵਨ ਮੁਖ ਵਾਕ ਦੇ ਰਾਹੀਂ ਸਾਡੇ ਜੀਵਾਂ ਤੇ ਕਰਦੇ ਨੇ। ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਨਾਲ ਸਾਂਝ ਬਣਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਅਦਬ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦੇ ਆ ਨਿਮਰਤਾ ਸਹਿਤ ਗੁਰ ਫਤਿਹ ਪ੍ਰਵਾਨੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੇ ਸਾਨੂੰ ਇਹ ਮਤ ਦ੍ਰਿੜ ਕਰਵਾਇਆ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੇ ਵਿੱਚ ਰਸ ਵਿਆਪਕ ਹੈ। ਉਹਦੀ ਜੋਤ ਘਟ ਘਟ ਵਿੱਚ ਵਸ ਰਹੀ ਹੈ। ਪਰ ਇਸ ਗੱਲ ਦਾ ਅਹਿਸਾਸ ਸਾਨੂੰ ਗੁਰੂ ਦੀ ਸਿੱਖਿਆ ਤੇ ਗੁਰੂ ਦੀ ਸਾਖੀ ਰਾਹੀਂ ਸਾਡੇ ਜੀਵਨ ਦੇ ਵਿੱਚ ਜਦੋਂ ਚਾਨਣ ਹੋਏਗਾ ਤੇ ਫਿਰ ਸਾਨੂੰ ਅਹਿਸਾਸ ਹੋਏਗਾ। ਜਿਵੇਂ ਆਪਾਂ ਗੁਰੂ ਨਾਨਕ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ। ਹੈ ਉਹ ਸਾਡੇ ਅੰਦਰ ਹੀ ਪਰ ਗੁਰੂ ਦੀ ਸਿੱਖਿਆ ਨਾਲ ਪ੍ਰਗਟ ਹੋਏਗਾ। ਭਗਤ ਸਾਹਿਬਾਨ ਭਗਤ ਰਾਮਾਨੰਦ ਜੀ ਦੀ ਜਦੋਂ ਆਪਾਂ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਉਹ ਕਹਿੰਦੇ ਨੇ ਮੈਂ ਪਰਮੇਸ਼ਰ ਨੂੰ ਮਿਲਣ ਵਾਸਤੇ ਰੱਬ ਨੂੰ ਮਿਲਣ ਵਾਸਤੇ ਮੇਰੇ ਮਨ ਵਿੱਚ ਬੜੀ ਤਾਂਘ ਤੇ ਤੀਬਰ ਇੱਛਾ ਸੀ ਕਿ ਮੈਂ ਵੀ ਰੱਬ ਨੂੰ ਮਿਲਾਂ। ਪਰ ਕਿਵੇਂ ਮਿਲਾਂ? ਜਦੋਂ ਮੈਂ ਸਮਾਜ ਦੇ ਸੰਸਾਰ ਦੇ ਲੋਕਾਂ ਨੂੰ ਵੇਖਦਾ ਤੇ ਉਹ ਖਾਸ ਕਿਸਮ ਦੀ ਸਮੱਗਰੀ ਲੈ ਕੇ ਤੇ ਧਰਮ ਸਥਾਨ ਵਾਲੇ ਪਾਸੇ ਨੂੰ ਜਾ ਰਹੇ ਨੇ ਤੇ ਜਦੋਂ ਮੈਂ ਵੀ ਉਧਰ ਨੂੰ ਤੁਰਨ ਦੀ ਕੋਸ਼ਿਸ਼ ਕਰਦਾ ਤੇ ਕੀ ਵੇਖਦਾ ਵੀ ਉੱਥੇ ਦੋ ਹੀ ਚੀਜ਼ਾਂ ਨੇ, ਜਾਂ ਤੇ ਲੋਕ ਪਾਣੀ 'ਚ ਨਹਾ ਰਹੇ ਨੇ ਤੇ ਜਾਂ ਪੱਥਰਾਂ ਨੂੰ ਪੂਜ ਰਹੇ ਨੇ। ਉਹਨਾਂ ਆਪਣੀ ਬਾਣੀ ਦੇ ਵਿੱਚ ਇਸ ਤਾਂਘ ਨੂੰ ਬਿਆਨ ਕਰਦੇ ਆਖਿਆ ਜਹਾਂ ਜਾਈਏ ਤਹ ਜਲ ਪਖਾਨ ਤੂੰ ਪੂਰ ਰਹਿਓ ਹੈ ਸਭ ਸਮਾਨ ਰਾਮਾਨੰਦ ਸੁਆਮੀ ਰਮਤ ਬ੍ਰਾਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਤੇ ਉਹਨਾਂ ਦੇ ਸਮੁੱਚੇ ਸ਼ਬਦ ਵਿੱਚ ਜਿਹੜਾ ਮੇਨ ਭਾਵ ਹੈ ਉਹ ਕੀ ਹੈ? ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਵੀ ਮੈਂ ਅਕਾਲ ਪੁਰਖ ਵਾਹਿਗੁਰੂ ਨੂੰ ਲੱਭਣ ਵਾਸਤੇ ਇਹ ਕਿਉਂ ਸਮਝਦਾ ਵੀ ਰੱਬ ਬਾਹਰ ਹੀ ਰਹਿੰਦਾ? ਮੈਂ ਇਹ ਕਿਉਂ ਨਹੀਂ ਸਮਝਦਾ ਵੀ ਸੱਚ ਮੇਰੇ ਅੰਦਰ ਹੈ? ਹੁਣ ਵੇਖੋ ਕਿੱਡੀ ਅਜੀਬ ਵਿਡੰਬਨਾ ਹੈ ਸਾਡੀ। ਅਸੀਂ ਸੱਚ ਨੂੰ ਬਾਹਰ ਸਮਝਦੇ ਹਾਂ, ਇਸ ਕਰਕੇ ਅਸੀਂ ਸੱਚੇ ਤੇ ਸੁੱਚੇ ਵੀ ਬਾਹਰੋਂ ਹੀ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਨਾ ਅਸੀਂ ਅੱਜ ਤੱਕ ਸੱਚ ਨੂੰ ਆਪਣੇ ਅੰਦਰ ਸਮਝਿਆ ਤੇ ਨਾ ਅਸੀਂ ਅੱਜ ਤੱਕ ਅੰਦਰੋਂ ਸੱਚੇ ਬਣਨ ਦੀ ਕੋਸ਼ਿਸ਼ ਕੀਤੀ। ਉਹਦਾ ਕਾਰਨ ਇਹ ਹੈ ਕਿਉਂਕਿ ਸਾਡਾ ਰੱਬ ਖਾਸ ਥਾਂ ਤੇ ਰਹਿੰਦਾ। ਕੋਈ ਬਹੁਤਾ ਫਰਕ ਨਹੀਂ। ਜਿਵੇਂ ਉਹ ਕਹਿੰਦੇ ਸਨ ਕਿ ਕਿਸੇ ਨੇ ਆਖਿਆ ਵੀ ਅੱਲਾ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ, ਤੇ ਕਬੀਰ ਸਾਹਿਬ ਨੇ ਆਖਿਆ ਰੱਬ ਤੇ ਸਾਡੇ ਅੰਦਰ ਹੀ ਹੈ। ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤਤ ਨਾ ਹੀਰਾ ਅੱਲਾ ਰਾਮ ਜੀਵੋ ਤੇਰੇ ਨਾਈ ਤੂੰ ਕਰ ਮਿਹਰਾਮਤ ਸਾਈ। ਉਹ ਕਹਿੰਦੇ ਸਨ ਦੱਖਣ ਦੇਸ਼ ਹਰੀਕਾ ਬਾਸਾ ਪੱਛਮ ਅੱਲਾ ਮੁਕਾਮਾ। ਹਿੰਦੂ ਵੀਰਾਂ ਨੇ ਆਖਿਆ ਰੱਬ ਦੱਖਣ ਦੇ ਵਿੱਚ ਜਗਨਨਾਥਪੁਰੀ ਵਿੱਚ ਰਹਿੰਦਾ। ਮੁਸਲਮਾਨ ਵੀਰਾਂ ਨੇ ਆਖਿਆ ਉਹ ਪੱਛਮ ਦੇ ਵਿੱਚ ਰਹਿੰਦਾ ਮੱਕੇ ਦੇ ਵਿੱਚ। ਪਰ ਕਬੀਰ ਸਾਹਿਬ ਨੇ ਕੀ ਆਖਿਆ? ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾ। ਰੱਬ ਤੇ ਦਿਲ ਵਿੱਚ ਰਹਿੰਦਾ, ਨਾ ਉਹ ਦੱਖਣ ਦੇ ਵਿੱਚ ਹੈ, ਨਾ ਉਹ ਉੱਤਰ ਦੇ ਵਿੱਚ ਹੈ, ਨਾ ਉਹ ਪੱਛਮ ਤੇ ਨਾ ਚੜ੍ਹਦੇ ਵਾਲੇ ਪਾਸੇ। ਰੱਬ ਤੇ ਸਾਡੇ ਅੰਦਰ ਹੈ। ਘਟ ਘਟ ਮੈਂ ਹਰ ਜੂ ਬਸੈ।
ਹੁਣ ਇੱਥੇ ਜਿਹੜੀ ਅਰਦਾਸ ਗੁਰੂ ਅਰਜਨ ਸਾਹਿਬ ਮਹਾਰਾਜ ਕਰ ਰਹੇ ਨੇ ਉਹ ਕੀ ਹੈ? ਦਇਆ ਕਰੋ ਬਸੋ ਮਨ ਆਏ। ਹੇ ਸਤਿਗੁਰੂ ਆ ਕੇ ਮੇਰੇ ਮਨ ਵਿੱਚ ਵਸ ਜਾਓ। ਤੇ ਰੱਬ ਰਹਿੰਦਾ ਕਿੱਥੇ? ਕੀ ਰੱਬ ਸਤਵੇਂ ਅਸਮਾਨ ਤੇ ਰਹਿੰਦਾ ਜਿਹਨੂੰ ਗੁਰੂ ਅਰਜਨ ਸਾਹਿਬ ਬੁਲਾ ਰਹੇ ਨੇ? ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਅਰਦਾਸ ਕਰਨ ਦਾ ਭਾਵ ਕੀ ਹੈ? ਪਹਿਲਾਂ ਇਹਨੂੰ ਸਮਝੀਏ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਅਰਦਾਸ ਦੀ ਗੱਲ ਕਰਦੇ ਨੇ ਨਾ, ਪਹਿਲੀ ਗੱਲ ਤੇ ਵੇਖੋ ਵੀ ਉਹ ਅਰਦਾਸ ਕਿੰਨੀ ਤਾਂਘ ਦੇ ਵਿੱਚੋਂ, ਤੀਬਰ ਇੱਛਾ ਵਿੱਚੋਂ ਪਏ। ਸਾਡੇ ਮਨ ਵਿੱਚੋਂ ਇਹ ਅਰਦਾਸ ਪੈਦਾ ਹੋ ਹੀ ਨਹੀਂ ਸਕਦੀ, ਕਿਉਂਕਿ ਸਾਡੀ ਅਰਦਾਸ ਈਰਖਾ ਚੋਂ ਪੈਦਾ ਹੁੰਦੀ ਏ, ਉਹ ਤਾਂਘ ਵਿੱਚੋਂ ਪੈਦਾ ਨਹੀਂ ਹੁੰਦੀ। ਮੈਂ ਅਕਸਰ ਉਦਾਹਰਣ ਦਿੰਦਾ ਵੀ ਅਸੀਂ ਜਿਸ ਟਾਊਨ ਦੇ ਵਿੱਚ ਰਹਿੰਦੇ ਆ, ਜਿਸ ਇਲਾਕੇ ਦੇ ਵਿੱਚ ਸਾਡਾ ਘਰ ਹੋਵੇ ਤੇ ਉੱਥੇ ਸਾਰਿਆਂ ਤੋਂ ਵੱਡਾ ਮੇਰਾ ਘਰ ਹੋਵੇ ਤੇ ਬਾਕੀ ਘਰ ਸਾਰੇ ਛੋਟੇ ਹੋਣ, ਤੇ ਮੈਂ ਕਦੇ ਵੀ ਰੱਬ ਅੱਗੇ ਅਣ ਕੇ ਅਰਦਾਸ ਨਹੀਂ ਕਰਦਾ ਵੀ ਮੈਨੂੰ ਵੀ ਵੱਡਾ ਘਰ ਚਾਹੀਦਾ। ਪਰ ਜਿਸ ਦਿਨ ਮੈਂ ਵੇਖਦਾ ਵੀ ਕਿਸੇ ਇੱਕ ਸੱਜਣ ਨੇ ਉਸ ਸੁਸਾਇਟੀ ਦੇ ਵਿੱਚੋਂ, ਉਸ ਟਾਊਨ ਦੇ ਵਿੱਚੋਂ ਮੇਰੇ ਨਾਲੋਂ ਵੀ ਵੱਡਾ ਘਰ ਹੈ ਕਿਸੇ ਦਾ, ਤੇ ਉਸ ਦਿਨ ਹੀ ਮੈਂ ਅਣ ਕੇ ਅਰਦਾਸ ਕਰਦਾ, ਮਹਾਰਾਜ ਮੈਨੂੰ ਵੀ ਵੱਡਾ ਘਰ ਦਿਓ। ਮੈਂ ਰੋਜ਼ ਪਾਰਕਿੰਗ ਲਾਟ 'ਚ ਆਪਣੀ ਗੱਡੀ ਖੜੀ ਕਰਦਾ, ਪਰ ਮੈਂ ਵੇਖਦਾ ਵੀ ਸਾਰਿਆਂ ਤੋਂ ਵੱਡੀ ਗੱਡੀ ਮੇਰੀ ਹੈ। ਪਰ ਅੱਜ ਜਦੋਂ ਮੈਂ ਆਪਣੀ ਗੱਡੀ ਨੂੰ ਪਾਰਕ ਕਰ ਰਿਹਾ ਸੀ, ਮੈਂ ਵੇਖਿਆ ਕਿਸੇ ਹੋਰ ਦੀ ਵੀ ਮੇਰੇ ਨਾਲੋਂ ਵੱਡੀ ਹੈ। ਤਾਂ ਮੇਰੇ ਅੰਦਰ ਦੀ ਤ੍ਰਿਸ਼ਨਾ ਨੇ ਸਿਰ ਚੁੱਕਿਆ ਵੀ ਤੂੰ ਵੀ ਗੁਰੂ ਕੋਲੋਂ ਵੱਡੀ ਗੱਡੀ ਦੀ ਮੰਗ। ਹਾਲਾਂਕਿ ਮੇਰਾ ਕੰਮ ਚੱਲ ਰਿਹਾ ਸੀ, ਮੇਰਾ ਸਰ ਰਿਹਾ ਸੀ, ਮੇਰੀ ਲੋੜ ਪੂਰੀ ਹੋ ਰਹੀ ਸੀ, ਪਰ ਇੱਕਦਮ ਲੋਭ ਤੇ ਤ੍ਰਿਸ਼ਨਾ ਤੇ ਹਿਰਸ ਮੇਰੇ ਅੰਦਰ ਪੈਦਾ ਹੋਈ, ਤਾਂ ਮੈਂ ਵੀ ਉਹ ਚੀਜ਼ ਮੰਗ ਲਈ, ਯਾਨੀ ਕਿ ਮੇਰੀ ਲੋੜ ਨਹੀਂ ਸੀ। ਹੁਣ ਇਹ ਜਿਹੜੀ ਅਰਦਾਸ ਹੈ ਇਹ ਨਿਕਲੀ ਹੈ ਕੰਪੀਟੀਸ਼ਨ ਦੇ ਵਿੱਚੋਂ, ਇਹ ਅਰਦਾਸ ਪੈਦਾ ਹੋਈ ਹੈ ਈਰਖਾ ਦੇ ਵਿੱਚੋਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਆਖਿਆ, ਸੱਜਣਾ ਜਿੱਥੇ ਇੰਨੀ ਈਰਖਾ, ਜਿੱਥੇ ਇੰਨੀ ਤੂੰ ਰੀਸ ਕਰ ਰਿਹਾ, ਇੱਕ ਰੀਸ ਤੈਨੂੰ ਹੋਰ ਕਰਨੀ ਚਾਹੀਦੀ ਸੀ। ਉਹ ਕੀ ਸੀ? ਮਹਾਰਾਜ ਇਸ ਮਨੁੱਖ ਦੇ ਕੋਲ ਮਿੱਠਾ ਬੋਲਣ ਵਾਲਾ ਬਹੁਤ ਗੁਣ ਹੈ, ਕਿਰਪਾ ਕਰੋ ਇਹ ਗੁਣ ਮੇਰੇ ਵਿੱਚ ਵੀ ਆ ਜਾਏ। ਆ ਜਿਹੜਾ ਮਨੁੱਖ ਹੈ, ਆ ਜਿਹੜਾ ਸੱਜਣ ਹੈ, ਇਹ ਕਿਸੇ ਦੀ ਚੀਜ਼ ਨੂੰ ਵੇਖ ਕੇ ਈਰਖਾ ਨਹੀਂ ਕਰਦਾ। ਮਹਾਰਾਜ ਕਿਰਪਾ ਕਰੋ ਮੇਰੇ ਮਨ ਵਿੱਚ ਵੀ ਇਹ ਗੁਣ ਆ ਜਾਏ ਤੇ ਮੈਂ ਵੀ ਕਿਸੇ ਨਾਲ ਈਰਖਾ ਨਾ ਕਰਾਂ। ਇਹ ਰੀਸ ਨਹੀਂ ਕੀਤੀ ਤੂੰ, ਪਰ ਜਿਹੜੀ ਪਦਾਰਥਾਂ ਦੀ ਦੌੜ ਵਿੱਚ ਰੀਸ ਕਰਨੀ ਚਾਹੀਦੀ ਸੀ ਉਹ ਤੂੰ ਕਰ ਲਈ। ਜਿਹੜੀ ਚੰਗਾ ਇਨਸਾਨ ਬਣਨ ਵਾਸਤੇ ਕਰਨੀ ਚਾਹੀਦੀ ਸੀ ਉਹ ਰੀਸ ਤੋਂ ਕੀਤੀ ਨਹੀਂ। ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬੜੀ ਤਾਂਘ ਭਰੀ ਅਰਦਾਸ ਸਤਿਗੁਰੂ ਦੇ ਚਰਨਾਂ 'ਚ ਕਰਦੇ ਨੇ ਤੇ ਕਹਿੰਦੇ ਨੇ, ਦਇਆ ਕਰੋ ਬਸੋ ਮਨ ਆਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜਾਂਗੇ ਨਾ, ਭਗਤ ਰਵਿਦਾਸ ਜੀ ਵੀ ਕੁਝ ਇਦਾਂ ਦੀ ਅਰਦਾਸ ਸਾਡੇ ਨਾਲ ਕਰ ਰਹੇ ਨੇ। ਉਹਨਾਂ ਨੇ ਵੀ ਰੱਬ ਅੱਗੇ ਅਰਦਾਸ ਕਰਦਿਆਂ ਸਾਨੂੰ ਇਹ ਨੁਕਤਾ ਸਮਝਾਇਆ ਵੀ ਅਰਦਾਸ ਇਵੇਂ ਕੀਤੀ ਜਾਂਦੀ ਹੈ। ਭਗਤ ਜੀ ਦਾ ਸ਼ਬਦ ਹੈ ਜਿੱਥੇ ਉਹਨਾਂ ਨੇ ਆਖਿਆ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ, ਰਾਮ ਗੁਸਈਆਂ ਜੀ ਕੇ ਜੀਵਨਾ ਮੋਹ ਨਾ ਵਿਸਾਰੋ ਮੈਂ ਜਨ ਤੇਰਾ। ਹੁਣ ਰੱਬ ਨੂੰ ਮਿਲਣ ਵਾਸਤੇ ਅਰਦਾਸ ਕਰਨੀ ਤੇ ਜਾਂ ਭਗਤ ਰਵਿਦਾਸ ਜੀ ਦੇ ਸ਼ਬਦਾਂ ਵਿੱਚ ਇਹ ਕਹਿਣਾ ਵੀ ਮਹਾਰਾਜ ਮੈਨੂੰ ਵਿਸਾਰ ਨਾ ਦਿਓ, ਇਹਦਾ ਮਤਲਬ ਇਹ ਨਹੀਂ ਹੈ ਵੀ ਰੱਬ ਸਾਨੂੰ ਧੱਕੇ ਦੇ ਕੇ ਬਾਹਰ ਕੱਢ ਰਿਹਾ ਵੀ ਚਲਿਆ ਜਾ ਇੱਥੋਂ, ਮੈਂ ਤੈਨੂੰ ਆਪਣੇ ਕੋਲ ਨਹੀਂ ਰੱਖਣਾ ਜਾਂ ਮੈਂ ਤੈਨੂੰ ਆਪਣੇ ਗਲ ਨਾਲ ਨਹੀਂ ਲਾਉਣਾ। ਇਹਦਾ ਭਾਵ ਹੈ ਜਿਵੇਂ ਕੋਈ ਸੱਜਣ ਸਾਡਾ ਕੋਈ ਬਹੁਤ ਪਿਆਰਾ ਤੇ ਮਿਲਣ ਵਾਲਾ ਨਿਕਟਵਰਤੀ ਹੋਵੇ ਤੇ ਅਸੀਂ ਉਹਨੂੰ ਛੱਡਣ ਵਾਸਤੇ, ਸੀ ਆਫ ਕਰਨ ਵਾਸਤੇ ਆਏ ਹੋਈਏ, ਤੇ ਉਹ ਜਾਣ ਲੱਗਾ ਸਾਨੂੰ ਆਖੇ ਵੀ ਦੱਸ ਤੈਨੂੰ ਕੀ ਚਾਹੀਦਾ, ਤੇ ਅਸੀਂ ਬੜੇ ਪਿਆਰ ਨਾਲ ਬੜਾ ਗੱਚ ਜਿਹਾ ਭਰ ਕੇ ਉਹਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਆਖੀਏ ਵੀ ਹੋਰ ਕੁਝ ਨਹੀਂ ਚਾਹੀਦਾ, ਬਸ ਤੂੰ ਮੈਨੂੰ ਭੁੱਲੀ ਨਾ, ਤੂੰ ਮੈਨੂੰ ਭੁਲਾਈ ਨਾ। ਔਰ ਇਹ ਜਿਹੜੀ ਅਰਦਾਸ ਭਾਵੇਂ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਕਰ ਰਹੇ ਹੋਣ ਤੇ ਭਾਵੇਂ ਉਹ ਭਗਤ ਰਵਿਦਾਸ ਜੀ ਕਰ ਰਹੇ ਹੋਣ ਤੇ ਭਾਵੇਂ ਅਸੀਂ ਖੁਦ ਕਰੀਏ, ਇਸ ਅਰਦਾਸ ਦੀ ਸੰਭਾਵਨਾ ਉੱਥੇ ਜਾ ਕੇ ਪੈਦਾ ਹੁੰਦੀ ਏ ਜਿੱਥੇ ਸਾਨੂੰ ਆਪਣੇ ਜੀਵਨ ਨੂੰ ਕੋਈ ਖਤਰਾ ਮਹਿਸੂਸ ਹੋਵੇ। ਭਗਤ ਰਵਿਦਾਸ ਜੀ ਕਿਉਂ ਕਹਿੰਦੇ ਨੇ ਕਿ ਮੋਹ ਨਾ ਵਿਸਾਰੋ ਮੈਂ ਜਨ ਤੇਰਾ? ਉਹ ਕਹਿੰਦੇ ਮਹਾਰਾਜ ਮੈਨੂੰ ਲੱਗ ਰਿਹਾ, ਪੋਸੀਬਿਲਿਟੀ ਹੈ ਵੀ ਜਿਹੜਾ ਜੀਵਨ ਕਿਰਦਾਰ ਮੈਂ ਜੀ ਰਿਹਾ ਨਾ, ਮੈਨੂੰ ਲੱਗ ਰਿਹਾ ਵੀ ਤੂੰ ਮੇਰੇ ਨਾਲੋਂ ਅਲੱਗ ਹੋ ਜਾਏਗਾ। ਉਹ ਕਿਰਦਾਰ ਕੀ ਹੈ? ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੈਂ ਕੀ ਵੇਖਦਾ ਵੀ ਜਿਨ੍ਹਾਂ ਲੋਕਾਂ ਦੇ ਨਾਲ ਮੇਰਾ ਬਹਿਣ ਖਲੋਣ ਹੈ ਉਹ ਸੰਗਤ ਹੀ ਬਹੁਤ ਮਾੜੀ ਹੈ। ਸੋਚ ਦਿਨ ਰਾਤੀ ਦਾ ਮਤਲਬ ਹੈ ਮੇਰੀ ਸੁਰਤ ਵਿੱਚ ਹਰ ਵੇਲੇ ਪਾਪ ਹੀ ਚੱਕਰ ਕੱਟਦੇ ਰਹਿੰਦੇ ਨੇ। ਮੈਂ ਬਹੁਤ ਘਟੀਆ ਲੈਵਲ ਤੇ ਸੋਚ ਰਿਹਾ ਤਾਂ ਮੈਨੂੰ ਲੱਗਦਾ ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਆਪਣਾ ਵਿਛੋੜਾ ਪੈ ਹੀ ਜਾਏਗਾ। ਪੋਸੀਬਿਲਿਟੀ ਨਜ਼ਰ ਆ ਰਹੀ ਹੈ। ਮੈਂ ਤਾਂ ਤੈਨੂੰ ਕਹਿਣਾ ਮਹਾਰਾਜ, ਜੇ ਇਹ ਸਮਾਂ ਮੇਰੇ ਜੀਵਨ ਦੇ ਵਿੱਚ ਆ ਵੀ ਜਾਏ ਨਾ, ਇਹੋ ਜਿਹਾ ਸਮਾਂ ਆਉਣ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦੀ ਬਾਹਰ ਕੱਢ ਲਈ।
ਫਰੀਦ ਸਾਹਿਬ ਨੇ ਇਹੀ ਗੱਲ ਆਪਣੇ ਮੁਬਾਰਕ ਸਲੋਕਾਂ ਦੇ ਵਿੱਚ ਆਖੀ, ਜਿੱਥੇ ਉਹਨਾਂ ਨੇ ਆਖਿਆ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ। ਮੈਨੂੰ ਤੇਰਾ ਦਰ ਛੱਡ ਕੇ, ਤੇਰਾ ਦਰਵਾਜ਼ਾ ਛੱਡ ਕੇ ਬਗਾਨਿਆਂ ਦੇ ਬੂਹੇ ਤੇ ਜਾ ਕੇ ਬਹਿਣਾ ਪਵੇ, ਇਹ ਮੈਨੂੰ ਮਨਜ਼ੂਰ ਨਹੀਂ। ਔਰ ਮੈਨੂੰ ਲੱਗਦਾ ਵੀ ਮੈਂ ਐਸਾ ਹੋਣ ਨਹੀਂ ਦਿਆਂਗਾ। ਪਰ ਕਿਉਂਕਿ ਜੀਵਨ ਹੈ, ਇੱਥੇ ਜ਼ਹਿਰ ਤੇ ਅੰਮ੍ਰਿਤ ਇਕੱਠੇ ਟਰੈਵਲ ਕਰਦੇ ਨੇ। ਹੋ ਸਕਦਾ ਹੈ ਪੋਸੀਬਿਲਿਟੀ, ਸੰਭਾਵਨਾ ਮੇਰੇ ਜੀਵਨ 'ਚ ਪੈਦਾ ਹੋ ਜਾਏ, ਪਰ ਸਤਿਗੁਰੂ ਤੂੰ ਤੇ ਅੰਤਰਜਾਮੀ ਹੈ ਨਾ, ਤੂੰ ਘੱਟ ਘੱਟ ਦੀ ਜਾਣਨ ਵਾਲਾ। ਤੇ ਮੇਰੀ ਤੇਰੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਵੀ ਜੇ ਇਹ ਸਮਾਂ ਮੇਰੇ ਜੀਵਨ 'ਚ ਵਾਪਰੇ, ਇਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ, ਮੇਰੇ ਸਰੀਰ ਵਿੱਚੋਂ ਜਿੰਦ ਹੀ ਬਾਹਰ ਕੱਢ ਲਈ, ਤਾਂ ਕਿ ਇਹ ਸਮਾਂ ਆਵੇ ਹੀ ਨਾ। ਮੈਨੂੰ ਲੋਕ ਲਾਂਤ ਪਾ ਕੇ ਇਹ ਨਾ ਆਖਣ ਵੀ ਸਾਰੀ ਉਮਰ ਇੱਕ ਰੱਬ ਦੀ ਗੱਲ ਕਰਨ ਵਾਲਾ, ਆਪਣੇ ਆਪ ਨੂੰ ਦਰਵੇਸ਼ ਤੇ ਆਪਣੇ ਆਪ ਨੂੰ ਅੱਲਾ ਦੇ ਦਰਵਾਜ਼ੇ ਨੂੰ ਘੁੱਟ ਕੇ ਫੜਨ ਵਾਲਾ ਕਹਿਣ ਵਾਲਾ ਫਰੀਦ, ਆਹ ਵੇਖੋ ਉਹਦੇ ਸਰੀਰ ਦੀ ਸਵਾਹ ਸਾਡੇ ਦਰ ਤੇ ਰੁਲਦੀ ਫਿਰਦੀ। ਇਹੀ ਗੱਲ ਵਜਦ ਵਿੱਚ ਆ ਕੇ ਭਾਈ ਨੰਦ ਲਾਲ ਸਾਹਿਬ ਧੰਨ ਗੁਰੂ ਕਲਗੀਧਰ ਮਹਾਰਾਜ ਨੂੰ ਕਹਿੰਦੇ ਨੇ, ਕਿਉਂਕਿ ਇਹ ਜਿਹੜੇ ਸ਼ਬਦ ਨੇ ਨਾ, ਇਹ ਨੇ ਪ੍ਰੇਮ ਪੂਰਵਕ ਸ਼ਬਦ, ਪ੍ਰੇਮ ਦੇ ਭਾਵ ਦੇ ਵਿੱਚੋਂ ਪੈਦਾ ਹੋਏ ਸ਼ਬਦ। ਜਿੱਥੇ ਕਬੀਰ ਸਾਹਿਬ ਬੜੇ ਵਜਦ ਵਿੱਚ ਆਣ ਕੇ ਆਪਣੀ ਬਾਣੀ 'ਚ ਕਹਿਣਗੇ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਉਹਨਾਂ ਆਖਿਆ, ਜੋ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਪਰੇ ਤੋ ਪ੍ਰੀਤ ਨਾ ਤੋਰੋਂ। ਪਤਾ ਕਿਉਂ? ਕਿਉਂਕਿ ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਆਪਣਾ ਤੇ ਰਿਲੇਸ਼ਨ ਐਵੇਂ ਜਿਵੇਂ ਪਤੀ ਪਤਨੀ ਦਾ ਹੋਵੇ। ਇੱਕ ਸੁਹਾਗਣ ਕਦੇ ਵੀ ਨਹੀਂ ਚਾਹੁੰਦੀ ਵੀ ਉਹਦਾ ਪਤੀ ਉਹਦੇ ਨਾਲ ਅਲੱਗ। ਮਹਾਰਾਜ ਮੈਂ ਕਿਵੇਂ ਚਾਹ ਸਕਦਾ, ਮੇਰਾ ਸੱਚਾ ਵਾਹਿਗੁਰੂ, ਮੇਰਾ ਅਕਾਲ ਪੁਰਖ ਪਰਮਾਤਮਾ ਮੇਰੇ ਨਾਲੋਂ ਇੱਕ ਨਿਮਕ ਵੀ ਪਾਸਾ ਵੱਟ ਜਾਏ ਤੇ ਮੈਂ ਬੇਮੁਖ ਬਣ ਜਾਵਾਂ, ਮੈਂ ਨਹੀਂ ਚਾਹੁੰਦਾ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ, ਦਇਆ ਕਰੋ ਬਸੋ ਮਾਨੇ ਆਏ। ਇਹਦਾ ਮਤਲਬ ਹੈ, ਹੇ ਸਤਿਗੁਰੂ ਕਿਰਪਾ ਕਰੋ, ਮੈਂ ਤੁਹਾਨੂੰ ਕਦੇ ਵੀ ਨਾ ਭੁੱਲਾਂ। ਚਿੱਤ 'ਚ ਰੱਖਣਾ, ਗੁਰੂ ਨਹੀਂ ਭੁਲਾਉਂਦਾ ਸਾਨੂੰ, ਅਸੀਂ ਹੀ ਗੁਰੂ ਨੂੰ ਭੁੱਲ ਜਾਂਦੇ ਹਾਂ। ਦੋਨਾਂ ਚੀਜ਼ਾਂ ਦੇ ਵਿੱਚ ਐਕਸਪਲੇਨੇਸ਼ਨ ਦੇ ਵਿੱਚ ਫਰਕ ਹੈ, ਬਸ ਥੋੜਾ ਜਿਹਾ। ਗੁਰੂ ਦਇਆ ਕਰ ਹੀ ਰਿਹਾ ਸਾਡੇ ਤੇ, ਅਸੀਂ ਗੁਰੂ ਦੀ ਦਇਆ ਦੇ ਪਾਤਰ ਨਹੀਂ ਬਣਦੇ। ਵਰਨਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਲੋਕ ਪੜੋ, ਉਹਨਾਂ ਨੇ ਕਿੰਨੀ ਕੀਮਤੀ ਬਾਤ ਆਖੀ, ਸਤਿਗੁਰ ਦਾਤਾ ਦਇਆਲ ਹੈ, ਜਿਸਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ, ਬਾਹਰੋਂ ਨਹੀਂ ਵੀ ਜ਼ੁਬਾਨ ਤੋਂ ਕਹਿ ਦਿੱਤਾ ਤੇ ਚਲੋ ਵੀ ਹਾਂ ਤੁਹਾਡੀ ਮੇਰੇ ਨਾਲ ਕੋਈ ਲੜਾਈ ਨਹੀਂ ਹੈਗੀ, ਮੈਨੂੰ ਕਿਸੇ ਗੱਲ ਦਾ ਗੁੱਸਾ, ਜ਼ੁਬਾਨ ਤੋਂ ਨਹੀਂ, ਗੁਰੂ ਅੰਦਰੋਂ ਨਿਰਵੈਰ ਹੈ। ਉਹਦੇ ਮਨ ਵਿੱਚ ਕਦੀ ਦੁਸ਼ਮਣਾਂ ਦੇ ਪ੍ਰਤੀ ਵੀ ਖਿਆਲ ਨਹੀਂ ਆਇਆ ਵੀ ਇਹਨਾਂ ਨੇ ਮੇਰਾ ਇੰਨਾ ਨੁਕਸਾਨ ਕੀਤਾ ਤੇ ਮੈਂ ਵੀ ਇੰਨਾ ਨੁਕਸਾਨ ਕਰਨਾ। ਕਿੰਨੀਆਂ ਘਟਨਾਵਾਂ ਆਪਾਂ ਇਤਿਹਾਸ ਤੋਂ ਪੜ੍ਹਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਉਣ ਵਾਲੇ ਦਾ ਨਾਮ ਹੈ ਬਾਦਸ਼ਾਹ ਜਹਾਂਗੀਰ। ਤੇ ਜਹਾਂਗੀਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ 4 ਜੰਗਾਂ ਲੜਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ। ਸਾਰਾ ਕੁਝ ਉਹਦੇ ਹੁਕਮ ਨਾਲ ਵਾਪਰਿਆ। ਤੇ ਜਿਸ ਵੇਲੇ ਜਹਾਂਗੀਰ ਦੇ ਸਿੰਘਾਸਨ ਦੇ ਉੱਤੇ ਔਰੰਗਜ਼ੇਬ ਬੈਠਾ ਤੇ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਦਾ ਵਾਲ ਖਵਾਇਆ ਤੇ ਉਹ ਰੋਗੀ ਹੋ ਗਿਆ। ਯਾਨੀ ਕਿ ਜਹਾਂਗੀਰ ਦਾ ਪੋਤਰਾ ਤੇ ਇਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪੋਤਰਾ ਜਿਸ ਵੇਲੇ ਗੱਦੀ ਤੇ ਬੈਠਾ, ਜਿਹਨੂੰ ਆਪਾਂ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨਾਲ ਯਾਦ ਕਰਦੇ ਹਾਂ। ਜਿਸ ਵੇਲੇ ਕਿਤੇ ਵੀ ਦਵਾਈ ਨਾ ਮਿਲੀ ਤੇ ਵੈਦਾਂ ਨੇ ਆਖਿਆ, ਹਕੀਮਾਂ ਨੇ ਆਖਿਆ ਵੀ ਜੇ ਖਾਸ ਕਿਸਮ ਦੇ ਲੌਂਗ, ਹਰੜ ਤੇ ਗੱਜ ਮੋਤੀ ਸਾਨੂੰ ਮਿਲ ਜਾਣ ਤੇ ਸ਼ਹਿਜ਼ਾਦਾ ਠੀਕ ਹੋ ਸਕਦਾ। ਤੇ ਸ਼ਾਹਜਹਾਨ ਨੇ ਆਖਿਆ ਵੀ ਮੰਗਾਓ, ਕਿੱਥੋਂ ਮਿਲਣਗੇ? ਆਖਿਆ ਜੀ ਹੋਰ ਕਿਤੇ ਨਹੀਂ ਮਿਲਣੇ, ਜੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੱਕ ਅਪਰੋਚ ਕੀਤੀ ਜਾਏ ਤੇ ਉੱਥੋਂ ਮਿਲ ਸਕਦੇ ਨੇ। ਜਿਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਗਏ ਤੇ ਗੁਰਦੇਵ ਨੇ ਆਪਣੇ ਹਕੀਮਾਂ ਨੂੰ ਆਖਿਆ, ਵੈਦਾਂ ਨੂੰ ਆਖਿਆ ਵੀ ਇਹਨਾਂ ਨੂੰ ਜਿਹੜੀ ਚੀਜ਼ ਚਾਹੀਦੀ ਹੈ ਨਾ ਸਿੱਧਾ ਦਵਾਖਾਨੇ ਵਿੱਚ ਲੈ ਜਾਓ, ਜੋ ਵੀ ਆਪਣੇ ਕੋਲ ਮੌਸਰ ਹੈ ਉਹ ਇਹਨਾਂ ਨੂੰ ਦੇ ਦਿਓ। ਬਹਾਨਾ ਲਾ ਸਕਦੇ ਸਨ ਨਾ ਕਿ ਸਾਡੇ ਕੋਲ ਹੈ ਨਹੀਂ, ਜਾਂ ਸਾਡੇ ਕੋਲ ਅਵੇਲੇਬਲ ਨਹੀਂ ਹੈਗੀਆਂ, ਜਾਂ ਆ ਰਹੀਆਂ ਨੇ, ਜਾਂ ਅਸੀਂ ਤੁਹਾਨੂੰ ਮੰਗਵਾ ਕੇ ਦੇ ਦਿਆਂਗੇ। ਹਜ਼ੂਰ ਨੇ ਆਖਿਆ ਨਹੀਂ, ਇਹਨਾਂ ਨੂੰ ਦਵਾਖਾਨੇ ਵਿੱਚ ਹੀ ਲੈ ਜਾਓ, ਜੋ ਚਾਹੀਦਾ ਦੇ ਦਿਓ। ਇੱਕ ਵਾਰ ਨਹੀਂ ਸੋਚਿਆ ਕਿ ਤੁਸੀਂ ਮੇਰੇ ਦਾਦੇ ਨਾਲ, ਮੇਰੇ ਪੜਦਾਦੇ ਨਾਲ ਕੀ ਕੀਤਾ। ਗੁਰੂ ਦਾ ਸੁਭਾਅ ਹੀ ਨਹੀਂ ਹੈਗਾ। ਉਹਦਾ ਸੁਭਾਅ ਕੀ ਹੈ? ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਉਹ ਔਗਣਾ ਨਾਲ ਭਰਿਆ ਹੋਵੇ, ਉਹ ਗੁਨਾਹਾਂ ਨਾਲ ਭਰਿਆ। ਜਿੰਨੇ ਇੱਕ ਵਾਰ ਕਹਿਤਾ ਮਹਾਰਾਜ ਮੇਰੇ ਕੋਲੋਂ ਗਲਤੀ ਹੋਈ ਹੈ, ਖਿਮਾ ਕਰੋ, ਆਖਿਆ ਫਿਰ ਕੀ ਹੋਇਆ? ਇਹ ਸੁਭਾਅ ਹੈ ਮੇਰੇ ਗੁਰੂ ਦਾ। ਗੁਰੂ ਰਾਮਦਾਸ ਮਹਾਰਾਜ ਇਹਨੂੰ ਗੌੜੀ ਕੀ ਵਾਰ ਦੀ ਪੌੜੀ ਚ ਪਤਾ ਕੀ ਕਹਿੰਦੇ ਨੇ? ਹਜ਼ੂਰ ਨੇ ਆਖਿਆ, ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸ਼ਰਨ
ਗੁਰ ਆਵੇ। ਤੇ ਗੁਰੂ ਇਹ ਨਹੀਂ ਕਹਿੰਦਾ ਵੀ ਤੂੰ ਗਲਤੀ ਕਿਉਂ ਕੀਤੀ ਜਾਂ ਤੈਨੂੰ ਕਰਨੀ ਨਹੀਂ ਸੀ ਚਾਹੀਦੀ। ਗੁਰੂ ਪਤਾ ਕੀ ਕਹੇਗਾ, ਪਿਛਲੇ ਗੁਨਾਹ ਸਤਿਗੁਰ ਬਖਸ਼ ਲੈ, ਸਤ ਸੰਗਤ ਨਾਲ ਰਲਾਵੇ। ਉਹ ਕਹੇਗਾ ਨਹੀਂ, ਤੂੰ ਗਲਤੀਆਂ ਵਾਲੇ ਚੋਂ ਨਹੀਂ, ਤੇਰੀ ਜਗ੍ਹਾ ਹੁਣ ਇੱਥੇ ਸੰਗਤ ਵਿੱਚ ਬਹਿ, ਤੂੰ ਵੀ ਇਹਨਾਂ ਵਰਗਾ ਹੀ ਹੈ। ਤੂੰ ਇਹਨੂੰ ਆਖਿਆ ਦਇਆ ਕਰੋ ਬਸੋ ਮਨ ਆਏ, ਮੋਹ ਨਿਰਗੁਣ ਲੀਜੈ ਲੜ ਲਾਏ। ਸਤਿਗੁਰੂ ਮੈਂ ਗੁਨਾਹਾਂ ਨਾਲ, ਔਗਣਾ ਨਾਲ, ਪਾਪਾਂ ਨਾਲ ਭਰਿਆ, ਕਿਰਪਾ ਕਰੋ ਮੈਨੂੰ ਆਪਣੇ ਗਲ ਨਾ ਲਾਓ। ਤੇ ਸ਼ਬਦ ਦੇ ਪਹਿਲੇ ਬੰਦ ਕੀ ਆਖਿਆ, ਮੈਂ ਤੇਰੇ ਅੱਗੇ ਇਹ ਅਰਦਾਸ ਕਰਦਾ ਕਿਉਂਕਿ ਮੈਂ ਜਾਣਦਾ ਹਾਂ ਮੇਰਾ ਗੁਰੂ ਗੁਣਾਂ ਦਾ ਖਜ਼ਾਨਾ ਹੈ। ਉਹ ਨਿਰਗੁਣ ਆਰਿਆਂ ਨੂੰ ਵੀ ਆਪਣੇ ਗਲ ਨਾਲ ਲਾ ਲੈਂਦਾ। ਆਪਾਂ ਜਪਜੀ ਸਾਹਿਬ ਦੀ ਬਾਣੀ ਚ ਰੋਜ਼ ਪੜ੍ਹਦੇ ਹਾਂ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਉਹ ਬਹੁਤ ਗੁਣਾਂ ਦਾ ਮਾਲਕ ਹੈ। ਨਿਰਗੁਣ ਆਰਿਆਂ ਨੂੰ ਤੇ ਗੁਣ ਦੇ ਹੀ ਰਿਹਾ, ਉਹ ਜਿਹੜੇ ਗੁਣਵਾਨ ਨੇ ਉਹਨਾਂ ਨੂੰ ਹੋਰ ਗੁਣ ਦੇ ਰਿਹਾ ਮੇਰਾ ਮਾਲਕ। ਹੇ ਸਤਿਗੁਰੂ ਮੈਂ ਤੇਰੇ ਚਰਨਾਂ 'ਚ ਇਸ ਕਰਕੇ ਅਰਦਾਸ ਕਰਦਾ ਕਿਉਂਕਿ ਮੈਂ ਜਾਣਦਾ ਹਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ। ਤੇਰੇ 'ਚ ਬੜੇ ਗੁਣ ਨੇ। ਤੂੰ ਦਇਆਲੂ ਹੈ, ਤੂੰ ਪ੍ਰਤਪਾਲਕ ਹੈ, ਤੂੰ ਘਾਲਕ ਹੈ, ਤੂੰ ਸਾਰੇ ਜੀਵਾਂ ਨੂੰ ਰੋਜੀ ਦੇਣ ਵਾਲਾ ਹੈ, ਰੋਜੀ ਦੇ ਅੰਤ ਹੈ, ਗੋਬਿੰਦ ਹੈ, ਗੋਪਾਲ ਹੈ। ਮਹਾਰਾਜ ਕਿੰਨੇ ਕੁ ਗੁਣ ਬਿਆਨ ਕਰਾਂ। ਓੜਕ ਨੂੰ ਅਖੀਰ ਨੂੰ ਮੈਨੂੰ ਇਹੀ ਕਹਿਣਾ ਪੈਂਦਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਖੋਂ, ਤੂੰ ਠਾਕੁਰ ਊਚ ਭਗਵਾਨਾ। ਤੂੰ ਆਖਿਆ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ, ਮੋਹਿ ਅਨਾਥ ਤੁਮਰੀ ਸ਼ਰਨ ਆਈ। ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਤੇ ਸਤਿਗੁਰੂ ਮੇਰੇ ਤੇ ਕਿਰਪਾ ਕਰ, ਕਰ ਕਿਰਪਾ ਹਰ ਚਰਨ ਤੇ ਆਈ। ਮੈਂ ਤੇਰੇ ਸ਼ਬਦ ਨੂੰ ਚਿੱਤ ਵਿੱਚ ਟਿਕਾ ਸਕਾਂ, ਤੇਰਾ ਸ਼ਬਦ ਤੇਰੀ ਮੱਤ ਮੇਰੇ ਅੰਦਰ ਟਿਕ ਜਾਏ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੈਂ ਵੀ ਤੁਹਾਡੀ ਕਿਰਪਾ ਦਾ ਪਾਤਰ ਬਣ ਸਕਾਂ। ਦੂਜੇ ਬੰਦ ਚ ਹਜ਼ੂਰ ਨੇ ਕਿਹਾ, ਪ੍ਰਭ ਚਿਤ ਆਵੇ ਤਾਂ ਕੈਸੀ ਭੀੜ, ਹਰ ਸੇਵਕ ਨਾਹੀ ਜਮ ਪੀੜ। ਜਿਹੜਾ ਰੱਬ ਨੂੰ ਚੇਤੇ ਕਰਦਾ ਉਹਦੇ ਤੇ ਕੋਈ ਵਿਪਤਾ ਨਹੀਂ ਹੁੰਦੀ। ਵਿਪਤਾ ਮੀਨਸ ਪੰਜ ਵਿਕਾਰ ਉਹਨੂੰ ਪੋ ਨਹੀਂ ਸਕਦੇ। ਕਾਮ ਉਹਨੂੰ ਪਰੇਸ਼ਾਨ ਨਹੀਂ ਕਰੇਗਾ, ਕ੍ਰੋਧ ਉਹਨੂੰ ਆਪਣੇ ਹਿਸਾਬ ਨਾਲ ਨਹੀਂ ਚਲਾਏਗਾ, ਈਰਖਾ ਉਹਨੂੰ ਕੁਚਲੇਗੀ ਨਹੀਂ, ਮੋਹ ਉਹਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਹ ਇਹਨਾਂ ਭੀੜਾਂ ਤੋਂ, ਇਹਨਾਂ ਵਿਪਤਾਵਾਂ ਤੋਂ ਨਿਰਲੇਪ ਹੋ ਜਾਂਦਾ। ਹਰ ਸੇਵਕ ਨਾਹੀ ਜਮ ਪੀੜ, ਸਰਬ ਦੁੱਖ ਹਰ ਸਿਮਰਤ ਨਸੇ। ਦੁੱਖ ਜਿਹੜੇ ਨੇ ਉਹਨਾਂ ਦਾ ਪ੍ਰਭਾਵ ਖਤਮ ਹੋ ਗਿਆ। ਦੁੱਖ ਨੇ ਜੀਵਨ ਦੇ ਵਿੱਚ, ਪਰ ਦੁੱਖ ਹੋਣ ਦੇ ਬਾਵਜੂਦ ਵੀ ਸਿੱਖ ਗੁਰੂ ਨੂੰ ਕੀ ਕਹੇਗਾ, ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਏਕੈ ਏਕੀ ਨਿਤੈ, ਬੁਰਾ ਨਾਹੀ ਸਭ ਭਲਾ ਹੀ ਹੈ ਰੇ। ਹਾਰ ਨਹੀਂ ਸਭ ਜਿੱਤ। ਦੁੱਖ ਬਹੁਤ ਨੇ ਉਹਦੇ ਜੀਵਨ ਦੇ ਵਿੱਚ। ਉਹਨੂੰ ਜ਼ਾਲਮ ਸਰਕਾਰਾਂ ਵੱਲੋਂ ਹਰ ਵੇਲੇ ਪਰੇਸ਼ਾਨ ਕੀਤਾ ਜਾਂਦਾ, ਪਰ ਉਹ ਕੀ ਕਹੇਗਾ, ਤੇਰਾ ਕੀਆ ਮਿੱਠਾ ਲੱਗ। ਤੋ ਆਖਿਆ ਸਰਬ ਦੁਖ ਹਰ ਸਿਮਰਤ ਨਸੇ, ਜਾਕੇ ਸੰਗ ਸਦਾ ਪ੍ਰਭ ਵਸੇ। ਪ੍ਰਭ ਕਾ ਨਾਮ ਮਨ ਤਨ ਆਧਾਰ, ਬਿਸਰਤ ਨਾਮ ਹੋਵਤ ਤਨਸ਼ਾਰ। ਜਿਨ੍ਹਾਂ ਦੇ ਜੀਵਨ ਦਾ ਬੇਸ ਪਰਮੇਸ਼ਰ ਦੇ ਗੁਣ ਬਣ ਜਾਣ ਉਹ ਬੜੇ ਸੁਖੀ ਨੇ। ਜਿਨ੍ਹਾਂ ਨੂੰ ਪਰਮੇਸ਼ਰ ਭੁੱਲ ਜਾਏ, ਬਿਸਰਤ ਨਾਮ ਹੋਵਤ ਤਨਸ਼ਾਰ, ਉਹਨਾਂ ਦਾ ਤਨ ਜਿਹੜਾ ਨਾ ਉਹ ਖੁਆਰ ਹੋ ਜਾਂਦਾ। ਸ਼ਾਰ ਹੋਣ ਦਾ ਮਤਲਬ ਹੈ ਹੀਣ ਹੋ ਜਾਣਾ, ਕਮਜ਼ੋਰ ਹੋ ਜਾਣਾ। ਉਹਨਾਂ ਦਾ ਜਿਹੜਾ ਤਨ ਹੈ, ਸਰੀਰ ਹੈ, ਉਹਨਾਂ ਦਾ ਜਿਹੜਾ ਸਟਰਕਚਰ ਬਾਡੀ ਹੈ, ਉਹ ਢਹਿ ਢੇਰੀ ਹੋ ਜਾਂਦੀ ਹੈ। ਕਿਉਂਕਿ ਸਤਿਗੁਰੂ ਮਹਾਰਾਜ ਬਾਣੀ ਚ ਇਸੇ ਨੂੰ ਕਹਿੰਦੇ ਨੇ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਕਿਹੜਾ ਰੋਗ? ਪਰਮੇਸ਼ਰ ਭੁੱਲ ਜਾਏ ਤੇ ਸਭ ਤੋਂ ਪਹਿਲਾਂ ਅਸੀਂ ਸੈਲਫਿਸ਼ ਹੋ ਜਾਂਦੇ ਹਾਂ। ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀ। ਫਿਰ ਅਸੀਂ ਆਪਣੇ ਬਾਰੇ ਸੋਚਦੇ ਹਾਂ, ਇਮਾਨਦਾਰ ਰਵੇ ਤੇ ਮੇਰੇ ਨਾਲ ਕੋਈ ਰਵੇ, ਸੱਚ ਬੋਲੇ ਤੇ ਮੇਰੇ ਨਾਲ ਕੋਈ ਬੋਲੇ, ਚੰਗਾ ਵਿਹਾਰ ਕਰੇ ਤੇ ਮੇਰੇ ਨਾਲ ਕੋਈ ਕਰੇ, ਮਿੱਠਾ ਬੋਲੇ ਤੇ ਮੇਰੇ ਨਾਲ, ਮੈਨੂੰ ਨਾ ਮਿੱਠਾ ਬੋਲਣਾ ਪਵੇ, ਨਾ ਇਮਾਨਦਾਰ ਰਹਿਣਾ ਪਵੇ, ਨਾ ਸੱਚ ਬੋਲਣਾ ਪਵੇ। ਹਰ ਬੰਦਾ ਮੇਰੇ ਪ੍ਰਤੀ ਇਮਾਨਦਾਰ ਹੋਵੇ, ਪਰ ਮੈਂ ਕਿਸੇ ਪ੍ਰਤੀ ਇਮਾਨਦਾਰ ਨਾ ਹੋਵਾਂ। ਤੋ ਇਹਨੂੰ ਆਖਿਆ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੋ ਸਾਹਿਬ ਨੇ ਆਖਿਆ ਪ੍ਰਭ ਚਿਤ ਆਏ ਪੂਰਨ ਸਭ ਕਾਜ, ਹਰ ਬਿਸਰਤ ਸਭ ਕਾ ਮੁਹਤਾਜ। ਅਸੀਂ ਦਰ ਦਰ ਦੇ ਮੁਹਤਾਜ ਹੋ ਜਾਂਦੇ ਹਾਂ, ਕਾਮ ਦੀ ਮੁਤਾਜ਼ਗੀ ਕੱਢਦੇ ਹਾਂ। ਉਹ ਸਾਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ। ਕ੍ਰੋਧ ਸਾਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕਰਦਾ। ਅਸੀਂ ਹੰਕਾਰ ਦੇ ਗੁਲਾਮ ਹੋ ਕੇ ਹੰਕਾਰ ਵਾਸੀ ਕੰਮ ਕਰਦੇ ਹਾਂ, ਜਿਹਨੂੰ ਗੁਰੂ ਨਾਨਕ ਮਹਾਰਾਜ ਆਪਣੀ ਬਾਣੀ ਚ ਕਹਿੰਦੇ ਨੇ, ਹਉਮੈ ਇਹਾ ਜ਼ਾਤ ਹੈ ਹਉਮੈ ਕਰਮ ਕਮਾਏ। ਹਉਮੈ ਵਾਲੇ ਬੰਦੇ ਦੇ ਲੱਛਣ ਹੀ ਇਹ ਨੇ, ਉਹ ਜਿੰਨੇ ਵੀ ਕੰਮ ਕਰੇਗਾ ਹਉਮੈ ਵਾਸਤੇ ਕਰੇਗਾ। ਤੁਸੀਂ ਨਾ ਕਹੋ ਭਾਈ ਸਾਹਿਬ ਦਾਨ ਦੇਣਾ, ਉਹ ਕਹੇਗਾ ਮੇਰਾ ਨਾਮ ਲਾਓਗੇ ਇਸ਼ਤਿਹਾਰ ਦੇ ਉੱਤੇ, ਤੇ ਜੇ ਨਹੀਂ ਲਾਓਗੇ ਤੇ ਮੈਂ ਦੇਣਾ ਹੀ ਨਹੀਂ ਹੈਗਾ, ਤੁਸੀਂ ਕੋਈ ਹੋਰ ਬੰਦਾ ਲੱਭ ਲਓ। ਤੂੰ ਹੰਕਾਰ ਚਲਾ ਰਿਹਾ ਮੈਨੂੰ, ਮੈਂ ਉਹਦੇ ਹਿਸਾਬ ਨਾਲ ਜੀ ਰਿਹਾ।
ਇਹਨੂੰ ਆਖਿਆ ਹਰ ਬਿਸਰਤ ਸਭ ਕਾ ਮੁਤਾਜ ਹੋ ਗਿਆ, ਮੈਂ ਗੁਲਾਮ ਹੋ ਗਿਆ ਉਹਦਾ। ਗਰੀਬ ਨਵਾਜ ਨੇ ਆਖਿਆ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤਰੀ। ਜਿਨ੍ਹਾਂ ਦਾ ਨੇ ਰੱਬ ਨਾਲ ਲੱਗ ਗਿਆ ਉਹਨਾਂ ਅੰਦਰੋਂ ਖੋਟੀ ਬੁੱਧੀ ਨਾਸ ਹੋ ਗਈ। ਮਨ ਤਨ ਅੰਤਰ ਹਰ ਹਰ ਮੰਤ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਮੰਤਰ ਵਸ ਗਿਆ। ਕਿਹੜਾ ਮੰਤਰ? ਬਾਣੀ ਮੰਤਰ ਮਹਾਪੁਰਖਨ ਕੀ ਮਨੈ ਉਤਾਰਨ ਮਨ ਕੋ। ਜਿਨ੍ਹਾਂ ਦੇ ਅੰਦਰ ਬਾਣੀ ਵਸ ਗਈ ਮਨ ਵਿੱਚ ਤੇ ਤਨ ਵਿੱਚ, ਆਖਿਆ ਨਾਨਕ ਭਗਤਨ ਕਹਿ ਕਰ ਸਦਾ ਆਨੰਦ। ਉਹ ਹਰ ਵੇਲੇ ਵਿਗਾਸ ਵਿੱਚ, ਹਰ ਵੇਲੇ ਖੁਸ਼ੀ ਵਿੱਚ, ਹਰ ਵੇਲੇ ਖੇੜੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਇਸੇ ਨੂੰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਬਾਣੀ ਵਿੱਚ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ਼। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਮੁਬਾਰਕ ਮੁੱਖ ਵਾਕ ਦੀ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਾਡਾ ਜੀਵਨ ਕਿਰਦਾਰ ਗੁਰਬਾਣੀ ਦੀ ਮੱਤ ਮੁਤਾਬਕ ਬਣ ਜਾਏ। ਪਾਵਨ ਬਾਣੀ ਨੂੰ ਵਿਚਾਰਦੇ ਹਾਂ। ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਗੇ ਸਭਨਾਂ ਦਾ ਧੰਨਵਾਦ। ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਬਰੇਲੀ ਵਾਲਿਆਂ ਦਾ, ਜਿਨ੍ਹਾਂ ਨੇ ਅੱਜ ਦੇ ਪਾਵਨ ਪਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਸਤਿਗੁਰੂ ਨੂੰ ਚੜ੍ਹਦੀ ਕਲਾ ਬਖਸ਼ਣ ਔਰ ਆਪਾਂ ਵੀ ਯਤਨ ਕਰੀਏ ਕਿ ਜੋ ਬਾਣੀ ਦਾ ਹੁਕਮ ਸਾਨੂੰ ਸਤਿਗੁਰ ਹਰ ਰੋਜ਼ ਬਖਸ਼ਿਸ਼ ਕਰਦੇ ਨੇ, ਇਸ ਨੂੰ ਅਸੀਂ ਦਾ ਯਤਨ ਕਰੀਏ, ਕਿਉਂਕਿ ਹੁਕਮ ਦਾ ਮੰਨਣਾ ਤੇ ਸਤਿਗੁਰ ਸਾਡੇ ਤੇ ਬੜੀ ਕਿਰਪਾ ਕਰਦੇ ਨੇ। ਕੋਈ ਧਰਮ ਐਸਾ ਨਹੀਂ ਜਿਹਨੂੰ ਅੰਮ੍ਰਿਤ ਵੇਲੇ ਗੁਰੂ ਵੱਲੋਂ ਕੋਈ ਹੁਕਮ ਹੁੰਦਾ ਹੋਵੇ। ਔਰ ਸਾਨੂੰ ਸਰਬ ਸਾਂਝੀ ਬਾਣੀ ਔਰ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ